सो हुण हक बहुत लंबे चौड़े हो गए तो कल्ले बिला की गल ही रह गई। सिर उठा के कौम दे सरदार चलिया करदे ने ते सिर झुका के कौम दे गद्दार चलिया करदे ने। ਤੁਸੀਂ ਰੋਲੀ ਨਹੀਂ ਕਿਸਾਨੀ ਤੁਸੀਂ ਰੋਲੀਆਂ ਨੇ ਪੱਗਾਂ ਅਸੀਂ ਬੜੇ ਚੁੱਪ ਰਹੇ ਤੁਸੀਂ ਲਾਈਆਂ ਨੇ ਜੋ ਅੱਗਾਂ ਹੁਣ ਚੁੱਪ ਨਹੀਂ ਉਹ ਬਹਿਣਾ ਗਲ ਪੈ ਜੂਗੀ ਗੁਲਾਮੀ ਉੱਠ ਜਾਗ ਤੂੰ ਕਿਸਾਨਾ ਉੱਠ ਜਾਗ ਤੂੰ ਜਵਾਨਾ। ਨੌਜਵਾਨਾਂ ਨੂੰ ਜਿੰਨਾ ਦਬਾਓਗੇ ਇਹ ਉਨਾ ਹੀ ਉੱਤੇ ਆਉਣਗੇ। ਅੱਜ ਦੇ ਭਵਿੱਖ ਨੂੰ ਕੀ ਹੈ ਕੀ ਰਾਜੇਗਾ ਭਵਿੱਖ ਜਦੋਂ ਨਾ ਅੰਨ ਰਹੇਗਾ ਨਾ ਧਨ ਰਹੇਗਾ ਨਾ ਕੋਈ ਕਾਰੋਬਾਰ ਰਹੇਗਾ। ਜੇ ਤਾਂ ਸਰਕਾਰ ਸਿੱਧੇ ਤਰੀਕੇ ਮੰਨਦੀ ਹੈ ਤਾਂ ਠੀਕ ਹੈ, ਨਹੀਂ ਤੇ ਇਹ ਸੰਘਰਸ਼ ਹੈ ਜਿਹੜਾ ਹੁਣ ਸੁਨਾਮੀ ਲੈ ਕੇ ਆਊਗਾ। ਚੰਡੀਗੜ੍ਹ ਦੇ ਲੋਕ ਵੀ ਆ ਕਿਸਾਨਾਂ ਦੇ ਨਾਲ ਆ। ਜਿਸ ਲੋਕਤੰਤਰ ਦੇ ਵਿੱਚ ਲੋਕਾਂ ਦੇ ਪ੍ਰਤੀ ਕੋਈ ਸੰਵੇਦਨਸ਼ੀਲਤਾ ਨਾ ਰਹੇ ਉਹ ਲੋਕਤੰਤਰ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ। ਅੱਜ ਮੁੜ ਤੁਹਾਨੂੰ ਚੰਡੀਗੜ੍ਹ 'ਚ ਕਿਸਾਨੀ ਅੰਦੋਲਨ ਦਾ ਇੱਕ ਵਿਲੱਖਣ ਰੰਗ ਦਿਖਾਉਂਦੇ ਆ। ਇਹ ਆਪਣੇ ਆਪ 'ਚ ਇੱਕ ਨਵੀਂ ਨਵੇਕਲੀ ਗੱਲ ਹੈ ਵੀ ਸਿੰਘੂ ਬਾਰਡਰ ਤੋਂ ਤੇ ਟਿੱਕਰੀ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਵੀ ਆਵਾਜ਼ ਆਉਂਦੀ, ਜਿਹੜਾ ਵੀ ਹੋਕਾ ਆਉਂਦਾ, ਜਿਹੜਾ ਵੀ ਸੱਦਾ ਆਉਂਦਾ, ਉਹਨੂੰ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਲੋਕ ਇੱਕ ਤਿਉਹਾਰ ਵਾਂਗ ਮਨਾਉਂਦੇ ਨੇ। ਭਾਵੇਂ ਉਹ ਚੌਂਕਾਂ 'ਤੇ ਚੜ੍ਹਨ ਦੀ ਗੱਲ ਹੋਵੇ, ਭਾਵੇਂ ਮਹਾ ਪੰਚਾਇਤ ਕਰਨ ਦੀ ਗੱਲ ਹੋਵੇ, ਤੇ ਭਾਵੇਂ ਅੱਜ ਪਗੜੀ ਸੰਭਾਲ ਜੱਟਾਂ ਦੇ ਪ੍ਰੋਗਰਾਮ ਦੀ ਗੱਲ ਹੋਵੇ। ਪਲਾਜ਼ਾ 'ਤੇ ਖੜੇ ਆ, ਪਲਾਜ਼ਾ 'ਤੇ ਤੁਸੀਂ ਦੇਖ ਸਕਦੇ ਜੇ ਬਸੰਤੀ ਰੰਗ ਦੀਆਂ ਦਸਤਾਰਾਂ ਸਜਾ ਕੇ ਨੌਜਵਾਨ ਹਰ ਵਰਗ ਆਇਆ। ਇੱਥੋਂ ਤੱਕ ਕਿ ਮਹਿਲਾਵਾਂ ਵੀ ਆਈਆਂ ਨੇ ਬਸੰਤੀ ਚੁੰਨੀਆਂ ਬਣ ਕੇ। ਦਰਸ਼ਨ ਔਲਖ ਜਿਹੜੇ ਫਿਲਮੀ ਹਸਤੀ ਨੇ, ਅੱਜ ਦਾ ਪ੍ਰੋਗਰਾਮ ਉਹ ਆਰਗੇਨਾਈਜ਼ ਕਰ ਰਹੇ ਨੇ। ਔਲਖ ਜੀ ਅੱਜ ਕੀ ਦੱਸਣਾ ਚਾਹੁੰਦੇ ਜੀ? ਪਹਿਲਾਂ ਤਾਂ ਪੀਟੀਸੀ ਦਾ ਤੁਹਾਡਾ ਧੰਨਵਾਦ ਜੀ, ਤੁਸੀਂ ਆਏ ਹੋ ਤੇ ਤੁਸੀਂ ਕਿਸਾਨੀ ਨੂੰ ਕਵਰ ਕਰਦੇ ਹੋ, ਇਹ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਸਾਡਾ ਅੱਜ ਤੁਸੀਂ ਹੱਥ ਫੜਦੇ ਹੋ, ਕਿਸਾਨੀ ਦਾ ਹੱਥ ਫੜਿਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ, ਅੱਜ ਦਾ ਦਿਨ ਸਾਡਾ ਇੱਕ ਤਾਂ ਚਾਚਾ ਅਜੀਤ ਸਿੰਘ ਜੀ ਦਾ ਜਨਮ ਦਿਨ ਹੈ ਜੀ, ਜਨਮ ਦਿਹਾੜਾ ਹੈ ਤੇ ਅਸੀਂ ਉਸ ਸੰਦਰਭ ਦੇ ਵਿੱਚ ਵੀ ਇਹਨੂੰ ਮਨਾਉਣਾ ਚਾਹੁੰਦੇ ਸੀ ਕਿ ਦੂਜਾ ਚਾਚਾ ਅਜੀਤ ਸਿੰਘ ਜੀ ਦਾ ਜਿਹੜਾ ਪਿਛੋਕੜ ਹੈ ਸਾਰਾ ਉਹ ਕਿਸਾਨੀ ਨਾਲ ਜੁੜਿਆ ਰਿਹਾ। ਸਭ ਤੋਂ ਪਹਿਲੀ ਲਹਿਰ ਉਹਨਾਂ ਨੇ 9 ਮਹੀਨੇ ਦਿੱਲੀ ਦੇ ਵਿੱਚ ਅੰਗਰੇਜ਼ਾਂ ਨਾਲ ਇਸੇ ਤਰ੍ਹਾਂ ਜੰਗ ਲੜੀ ਸੀ ਤੇ ਪਗੜੀ ਸੰਭਾਲ ਜੱਟਾਂ ਦਾ ਨਾਰਾ ਉਹਨਾਂ ਨੇ ਲਾਇਆ ਸੀ। ਤੇ ਅੱਜ ਸਾਡੀ ਪੱਗ ਦੀ ਜਿੱਥੋਂ ਤੱਕ ਗੱਲ ਹੈ, ਮੈਂ ਸਭ ਤੋਂ ਪਹਿਲਾਂ ਕਿਸਾਨੀ ਦਾ ਗੀਤ ਹੀ ਪੱਗ ਦੇ ਉੱਤੇ ਗਾਇਆ ਸੀ ਵੀ ਤੁਸੀਂ ਰੋਲੀ ਨਹੀਂ ਕਿਸਾਨੀ ਤੁਸੀਂ ਰੋਲੀਆਂ ਨੇ ਪੱਗਾਂ ਅਸੀਂ ਬੜੇ ਚੁੱਪ ਰਹੇ ਤੁਸੀਂ ਲਾਈਆਂ ਨੇ ਜੋ ਅੱਗਾਂ ਹੁਣ ਚੁੱਪ ਨਹੀਂ ਉਹ ਬਹਿਣਾ ਗਲ ਪੈ ਜੂਗੀ ਗੁਲਾਮੀ ਉੱਠ ਜਾਗ ਤੂੰ ਕਿਸਾਨਾ ਉੱਠ ਜਾਗ ਤੂੰ ਜਵਾਨਾ। ਤੇ ਇਸ ਗੀਤ ਨਾਲ ਜਵਾਨੀ ਉੱਠੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਸਾਡਾ ਕਿਸਾਨੀ ਦਾ ਯੁੱਧ ਕਿੱਥੇ ਖੜਾ ਹੈ। ਸਰਕਾਰ ਜਿਹੜੀ ਡਾਵਾਂਡੋਲ ਹੋਈ ਪਈ ਹੈ ਤੇ ਕੋਈ ਗੱਲ ਨਹੀਂ, ਸਮਾਂ ਲੱਗਦਾ ਹੁੰਦਾ। ਜੇ ਚਾਚਾ ਅਜੀਤ ਸਿੰਘ ਜੀ ਨੇ 9 ਮਹੀਨੇ ਲੜਿਆ ਸੀ, ਸੰਤ ਅਜੇ ਤੀਜਾ ਮਹੀਨਾ ਹੋਇਆ ਤੇ 250 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ ਹੈ। ਉਹਦੇ ਲਈ ਅਫਸੋਸ ਵੀ ਬਹੁਤ ਵੱਡਾ ਹੈ ਤੇ ਪਰ ਜਦੋਂ ਇਹੋ ਜਿਹੇ ਯੁੱਧ ਹੁੰਦੇ ਆ ਤੇ ਸ਼ਹਾਦਤਾਂ ਦੇਣੀਆਂ ਵੀ ਪੈਂਦੀਆਂ। ਤੇ ਸਾਡਾ ਪੰਜਾਬੀਆਂ ਦਾ ਇਤਿਹਾਸ ਬੜਾ ਵੱਡਾ ਹੈ ਕਿਉਂਕਿ ਅਸੀਂ ਇਹ ਜਦੋਂ ਵੀ ਜੰਗਾਂ ਲੜੀਆਂ ਨੇ, ਕਿਉਂਕਿ ਸਾਡੇ ਅੰਦਰ ਜਜ਼ਬਾ ਗੁਰੂ ਜੀ ਦੀ ਜਿਹੜੀ 10 ਗੁਰੂਆਂ ਦੀ ਬਾਣੀ ਹੈ ਉਹਦਾ ਜਜ਼ਬਾ ਹੈ ਸਾਡੇ। ਜਜ਼ਬਾ ਆਪਾਂ ਅੱਗੇ ਵੀ ਦੇਖ ਲਿਆ, ਜਜ਼ਬਾ ਦਿਸ ਰਿਹਾ ਦੋਸਤ, ਬੜਾ ਸੋਹਣਾ ਲੱਗ ਰਿਹਾ ਸੱਜ ਰਿਹਾ ਪੱਗ 'ਚ। ਕੀ ਨਾਂ ਤੇਰਾ? ਮੇਰਾ ਨਾਮ ਗੁਰਜਾਪ ਸਿੰਘ ਔਲਖ ਹੈ ਜੀ। ਕੀ ਬਾਤ, ਨਾਮ ਵੀ ਬੜਾ ਕਮਾਲ ਦਾ। ਕਿਵੇਂ ਆਏ ਅੱਜ? ਬਸ ਜੀ ਲੋਕਾਂ ਦਾ ਦਰਦ ਦੇਖਿਆ ਨਹੀਂ ਗਿਆ ਤੇ ਬਸ ਇੱਕੋ ਹੀ ਸਾਡੀ ਮੰਗ ਹੈ ਕਿ ਤਿੰਨੋਂ ਕਾਨੂੰਨ ਵਾਪਸ ਲਏ ਜਾਣ। ਕਿਸਾਨਾਂ ਦਾ ਦਰਦ ਦੇਖ ਲਓ ਇੱਕ ਮਲੂਕੜੇ ਜੇ ਨੌਜਵਾਨ 'ਚ। ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿਸਾਨੀ ਅੰਦੋਲਨ 'ਚ ਗੜੋਚ ਨੇ। ਪ੍ਰੋਫੈਸਰ ਸਾਹਿਬ, ਪੜਾਅਵਾਰ ਸੰਘਰਸ਼ ਚੱਲ ਰਿਹਾ ਹੈ, ਤੁਸੀਂ ਅੰਦੋਲਨਾਂ ਦੇ ਹਾਣੀ ਰਹੇ ਜੇ, ਹੰਡਾਏ ਨੇ, ਕਿੰਨਾ ਕੁ ਲੁਤਫ ਆ ਰਿਹਾ ਤੁਹਾਨੂੰ ਇਹ ਦੇਖ ਕੇ? ਸਾਰਾ ਦੇਖੋ, ਮੈਨੂੰ ਇਹ ਲੱਗਦਾ ਅਸੀਂ ਉਦੋਂ ਜੰਮੇ ਨਹੀਂ ਸੀਗੇ ਜਦੋਂ ਆਜ਼ਾਦੀ ਦੀ ਜੰਗ ਚੱਲੀ ਸੀ ਔਰ ਅਸੀਂ ਦੇਖ ਰਹੇ ਹਾਂ, ਮੈਂ ਅਹਿਸਾਸ ਕਰ ਸਕਦਾ, ਮਹਿਸੂਸ ਕਰ ਸਕਦਾ ਕਿ ਉਹ ਜੰਗ ਕਿਹੋ ਜਿਹੀ ਸੀ। ਇੱਕ ਨਵੀਂ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਆ। ਤੁਹਾਨੂੰ ਪਤਾ ਕਿ ਜਿਹੜੇ ਵੀ ਇੰਟਰਨੈਸ਼ਨਲ ਸਟੈਂਡਰਡ ਦੇ ਵਿੱਚ ਡੈਮੋਕ੍ਰੇਸੀ ਨੂੰ ਨਾਪਿਆ ਜਾਂਦਾ। ਟੋਕ ਰਿਹਾ, ਤੁਸੀਂ ਜੰਗ ਦੀ ਸ਼ੁਰੂਆਤ ਕਹਿ ਰਹੇ ਜੇ, ਦੇਸ਼ ਦੇ ਖੇਤੀ ਮੰਤਰੀ ਕਹਿ ਰਹੇ ਭੀੜ ਹੈ। ਨਹੀਂ, ਉਹਨਾਂ ਦਾ ਦਿਮਾਗ ਫਿਰ ਗਿਆ। ਮੈਨੂੰ ਅਫਸੋਸ ਨਾ ਕਹਿਣਾ ਪੈਂਦਾ, ਮੈਂ ਕਦੀ ਇਹੋ ਜਿਹੇ ਸ਼ਬਦ ਕਿਸੇ ਲਈ ਵਰਤਦਾ ਨਹੀਂ। ਉਹਨਾਂ 'ਚ ਕਿਸੇ ਕਿਸਮ ਦੀ ਵੀ ਸੰਵੇਦਨਸ਼ੀਲਤਾ ਬਚੀ ਨਹੀਂ।
ਉਹ ਤੋਤੇ ਲੱਗਦਾ ਨਹੀਂ ਇਹੋ ਜਿਹੇ ਬਿਆਨ ਦੇ ਕੇ ਉਕਸਾ ਰਹੇ ਆ, ਸਬਰ ਦੇਖ ਰਹੇ ਆ। ਉਹ ਤੋਤੇ ਬਣ ਚੁੱਕੇ ਆ। ਇੱਕ ਤੇ ਉਹ ਡਰ ਗਏ ਆ, ਜੋ ਵੀ ਮੂੰਹ ਚ ਆਉਂਦਾ ਬਕੜ ਬਕੜ ਕਰ ਦਿੰਦੇ ਆ। ਕਿਸੇ ਵੀ ਕਿਸਮ ਦੀ ਸੰਵੇਦਨਸ਼ੀਲਤਾ ਹੈ ਨਹੀਂ। ਜਿਸ ਲੋਕਤੰਤਰ ਦੇ ਵਿੱਚ ਲੋਕਾਂ ਦੇ ਪ੍ਰਤੀ ਕੋਈ ਸੰਵੇਦਨਸ਼ੀਲਤਾ ਨਾ ਰਹੇ, ਉਹ ਲੋਕਤੰਤਰ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ। ਇਸ ਵੇਲੇ ਜੋ ਪਿੱਛੇ 4 ਸਾਲ 5 ਸਾਲ ਚੱਲਿਆ ਸੀ, ਉਹ ਗੁੱਬ ਗਬਾਰ ਲੋਕਾਂ ਦੇ ਅੰਦਰ ਸੀ। ਔਰ 3 ਖੇਤੀ ਕਾਨੂੰਨਾਂ ਨੇ ਉਹ ਸਾਰੀਆਂ ਗੱਲਾਂ ਜੋੜ ਦਿੱਤੀਆਂ। ਆਰਥਿਕ ਸੰਕਟ, ਦਾਦਾਗਿਰੀ, ਲੋਕਾਂ ਦੇ ਵਿੱਚ ਧਾਰਮਿਕ ਅਸਹਿਣਸ਼ੀਲਤਾ, ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਨਫ਼ਰਤ, ਜੋ ਸ਼ਹੀਨ ਬਾਗ 'ਚ, ਇਹ ਸਾਰਾ ਮਿਲ ਕੇ ਐਡਾ ਗੁੱਬਗਬਾਰ ਹੋਇਆ। ਇਹ ਯੁੱਧ ਲਗਾਤਾਰ ਆਉਣ ਵਾਲੇ ਸਮੇਂ 'ਚ ਕਈ ਦਹਾਕਿਆਂ ਤੱਕ ਚੱਲ ਸਕਦਾ। ਯੁੱਧ ਦਾ ਇੱਕ ਹੋਰ ਅੰਸ਼ ਦਿਖਾਉਂਦੇ ਆ। ਇਹ ਚੰਡੀਗੜ੍ਹ ਦਾ ਪਲਾਜ਼ਾ, ਕਹਿੰਦੇ ਪਲਾਜ਼ਾ 'ਚ ਜਿਹੜੀਆਂ ਚੰਡੀਗੜ੍ਹ ਦੀਆਂ ਮਹਿਲਾਵਾਂ, ਚੰਡੀਗੜ੍ਹ ਦੀਆਂ ਕੁੜੀਆਂ, ਉਹ ਆਧੁਨਿਕ ਪੋਸ਼ਾਕਾਂ ਪਾ ਕੇ ਆਉਂਦੀਆਂ ਨੇ, ਪਰ ਤੁਸੀਂ ਆਹ ਦੇਖੋ, ਦੁਪੱਟੇ ਦੀ ਥਾਂ ਦਸਤਾਰ। ਇਹ ਸਾਡੇ ਚਾਚਾ ਜੀ ਸੀ, ਉਹਨਾਂ ਨੇ 9 ਮਹੀਨੇ ਅੰਦੋਲਨ ਚਲਾਇਆ ਸੀਗਾ। ਇਹ ਅੱਜ ਸਾਡੇ ਕਿਸਾਨ ਵੀਰਾਂ ਦਾ ਵੀ ਸਾਨੂੰ ਸੰਦੇਸ਼ ਆ ਵੀ ਅੱਜ ਆਪਾਂ ਚਾਚਾ ਜੀ ਦਾ ਪਗੜੀ ਸੰਭਾਲ ਦਿਵਸ ਮਨਾਉਣਾ, ਉਹਨਾਂ ਦਾ ਜਨਮ ਦਿਨ ਮਨਾਉਣਾ। ਆਪਾਂ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ, ਉਸ ਰੂਪ 'ਚ ਪਹੁੰਚੇ ਆ, ਉਹਨਾਂ ਨੂੰ ਦਿਖਾਉਣ ਵਾਸਤੇ ਪਹੁੰਚੇ ਆ ਵੀ ਅਸੀਂ ਚੰਡੀਗੜ੍ਹ ਦੇ ਲੋਕ ਵੀ ਆ, ਕਿਸਾਨਾਂ ਦੇ ਨਾਲ ਆ, ਹਮੇਸ਼ਾ किसानों के साथ रहा। मैं हरियाणा से हूँ, एक किसान की बेटी हूँ। हाँ जी, तो स्पेशल आए हैं इस स्पेशल आए हम नहीं, हम 2 महीने से खड़े हैं चौक पे, रेगुलर खड़े होते हैं 5 बजे से 8 बजे तक। ये हम वो बाकी सेक्टर के लोग, ये मतलब नहीं है कि हम चंडीगढ़ में रह रहे तो अपने संस्कार भूल जाए। तो जो दस्तारें सजाई आपने, लगता भी मोदी साहब के मन में कुछ आएगा, मोह आएगा, पक्का आएगा, उसे लेना पड़ेगा वापस। इस टाइम वो अपनी शर्मिंदगी फील कर रहा है ना कि अगर वो वापस लेता तो, पर उसके हड्डी फंसती है ना, जैसे कि गले के अंदर वो फंसी हुई है उसके अंदर, लेग और हम वापस दिलवा। सो इसे तरह एक ਨਾਂ ਆ ਰਾਜ ਗਿੱਲ, ਜਿਹੜੇ ਚੰਡੀਗੜ੍ਹ ਦੇ ਚੌਂਕਾਂ ਤੇ ਰਾਤ ਨੂੰ ਨਾਅਰੇ ਲੱਗਦੇ ਨੇ। ਉਹ ਜਿਹੜੇ ਨਾਅਰੇ ਲਾਉਣ ਵਾਲੇ ਲੋਕ ਨੇ, ਉਹਨਾਂ ਚੋਂ ਇੱਕ ਮੋਹਤਬਰ ਹੈ ਰਾਜ ਗਿੱਲ। ਕੀ ਲੱਗਦਾ ਫਿਰ ਅੰਦੋਲਨ ਹੋਰ ਕਿੰਨਾ ਚਿਰ ਤੁਹਾਨੂੰ ਸੜਕਾਂ ਤੇ ਘੁੰਮਣਾ ਪਊ? ਦੇਖੋ ਜੀ, ਜੇ ਤਾਂ ਸਰਕਾਰ ਸਿੱਧੇ ਤਰੀਕੇ ਮੰਨਦੀ ਹੈ ਤਾਂ ਠੀਕ ਹੈ, ਨਹੀਂ ਤੇ ਇਹ ਸੰਘਰਸ਼ ਹੈ ਜਿਹੜਾ ਹੁਣ ਸੁਨਾਮੀ ਲੈ ਕੇ ਆਊਗਾ। ਇਹ ਸੰਘਰਸ਼ ਹੁਣ ਮਤਲਬ ਥੰਮਣ ਵਾਲਾ ਨਹੀਂ ਹੈਗਾ, ਹੁਣ ਬਹੁਤ ਅੱਗੇ ਵਧੂਗਾ ਇਹ ਸੰਘਰਸ਼। ਕਿਉਂਕਿ ਹੁਣ ਮਤਲਬ ਅੱਗੇ ਲੱਗਦਾ ਸੀ ਕਿ ਸ਼ਹਿਰੀ ਵਰਗ ਆ ਜਿਹੜਾ ਉਹ ਘੱਟ ਥੋੜਾ ਜਿਹਾ ਸੀਗਾ ਜਾਗਰੂਕ, ਪਰ ਹੁਣ ਤਾਂ ਤੁਸੀਂ ਹਰ ਚੌਂਕ ਚੰਡੀਗੜ੍ਹ ਦੇ ਵਿੱਚ ਤੁਸੀਂ ਵੀ ਘੁੰਮਦੇ ਹੋ, ਸਾਰੀ ਜਗ੍ਹਾ ਦੇਖਦੇ ਹੋ ਕਿ ਹੁਣ ਚੰਡੀਗੜ੍ਹ ਦੇ ਹਰ ਸੜਕਾਂ ਤੇ, ਹਰ ਲਾਈਟਾਂ ਤੇ, ਹਰ ਚੌਂਕਾਂ ਦੇ ਉੱਤੇ ਲੋਕ ਬਹੁਤ ਸਾਥ ਦੇ ਰਹੇ ਆ, ਸਾਰੇ ਜਣੇ ਬਾਹਰ। ਔਰ ਲੜਾਈ ਰੋਟੀ ਦੀ ਆ ਗਈ ਹੈ, ਰੋਟੀ ਨੇ એનર્ਜੀ ਦੇਣੀ ਹੈ, ਰੋਟੀ ਖਾ ਕੇ ਆਉਣੇ ਆ, ਜਿੰਨਾ ਚਿਰ ਮਰਜ਼ੀ ਖੜੀਏ ਕੋਈ ਦਿੱਕਤ ਨਹੀਂ। ਰਾਜ ਦਾ ਕਹਿਣਾ ਵੀ ਲੜਾਈ ਰੋਟੀ ਦੀ ਆ ਗਈ। ਹਰਜੀਤ ਜੀ, ਕਿਵੇਂ ਰੋਟੀ ਦੀ ਲੜਾਈ? ਤੁਸੀਂ ਤੇ ਰੋਟੀਆਂ ਵੰਡਦੇ ਰਹੇ ਜੇ ਕਰੋਨਾ ਦੌਰਾਨ ਹਜ਼ਾਰਾਂ ਲੋਕਾਂ ਨੂੰ, ਜਿਨ੍ਹਾਂ ਦੇ ਮੂੰਹ 'ਚ ਰੋਟੀ ਨਹੀਂ ਪੈ ਰਹੀ। ਹੁਣ ਆਪਣੇ ਤੇ ਰੋਟੀ ਦੀ ਲੜਾਈ ਆ ਗਈ। ਇਹ ਜੀ ਇੱਕ ਜਨ ਦੀ ਲੜਾਈ ਆ ਗਈ ਜੀ, ਕੱਲ ਦੇ ਭਵਿੱਖ ਦੀ ਲੜਾਈ ਆ ਗਈ। ਕੱਲ ਦੇ ਭਵਿੱਖ ਨੂੰ ਕੀ ਹੈ, ਕੀ ਰਾਜੇਗਾ ਭਵਿੱਖ ਜਦੋਂ ਨਾ ਅੰਨ ਰਹੇਗਾ, ਜਾਂ ਧਨ ਰਹੇਗਾ, ਨਾ ਕੋਈ ਕਾਰੋਬਾਰ ਰਹੇਗਾ, ਸਾਰੇ ਅਡਾਨੀ ਔਰ ਅੰਬਾਨੀ ਦੇ ਬਣ ਕੇ ਰਹਿ ਜਾਣਗੇ। ਅਸੀਂ ਜ਼ਿਮੀਂਦਾਰ ਹੈ, ਸਾਡੇ ਜ਼ਮੀਨਾਂ ਹੜੱਪਣੇ ਨੂੰ ਫਿਰਦਾ। ਤੁਸੀਂ ਕਹਿੰਦੇ ਹੋ ਕਿ ਉਹ ਐਂ ਕਹਿੰਦੇ ਮੋਦੀ ਔਰ ਤੋਮਰ ਵੀ ਕੁਝ ਨਹੀਂ ਹੋਣਾ, ਫਿਰ ਉਹ ਰੱਦ ਕਿਉਂ ਨਹੀਂ ਕਰਦਾ? ਤਿੰਨੇ ਕਾਨੂੰਨ ਰੱਦ ਕਿਉਂ ਨਹੀਂ ਕਰਦਾ? ਜੇ ਕੁਝ ਨਹੀਂ ਹੋਣਾ ਉਹਨੂੰ ਤਕਲੀਫ ਹੁੰਦੀ ਢਿੱਡ 'ਚ। ਤੁਹਾਨੂੰ ਇੱਕ ਹੋਰ ਰੰਗ ਦਿਖਾਉਂਦੇ, ਤੁਸੀਂ ਕੋਈ ਲੈ ਕੇ ਆਏ ਜੇ, ਵੰਡ ਰਹੇ ਜੇ, ਕੀ ਹੈ ਜੀ ਇਹ ਜੀ ਅੱਜ ਜੋ ਸਭ ਤੋਂ ਬਹੁਤ ਜ਼ਰੂਰੀ ਸਾਡੇ ਵਾਸਤੇ ਇੰਸਪੀਰੇਸ਼ਨ ਹੈਗੀ ਹੈ ਜੀ, ਸਰਦਾਰ ਅਜੀਤ ਸਿੰਘ ਦਾ ਜੀ, ਜੋ ਉਹਨਾਂ ਦੇ ਬਰਥ, ਜੋ ਅੱਜ ਉਹਨਾਂ ਦਾ ਅਸੀਂ ਦਿਵਸ ਮਨਾ ਰਹੇ ਹਾਂ ਜੀ, ਉਹਦੇ ਪਗੜੀ ਸੰਭਾਲ ਜੱਟਾਂ ਬਾਰੇ ਉਹ ਅਸੀਂ ਬੱਚਿਆਂ ਨੂੰ, ਖਾਸ ਕਰਕੇ ਨਵੀਂ ਜਨਰੇਸ਼ਨ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀ। ਗਿੱਲ ਸਾਹਿਬ, ਤੁਸੀਂ ਬੜੀ ਲੰਬੀ ਸਰਵਿਸ ਕੀਤੀ ਹੈ ਨਾ, ਇੰਜੀਨੀਅਰ ਰਿਟਾਇਰ ਹੋਏ ਦੇ, ਔਰ ਤੁਹਾਡੀ ਲੇਖਣੀ ਵੀ ਕਮਾਲ ਦੀ ਹੁੰਦੀ ਹੈ। ਇਹ ਜਦੋਂ ਤੁਸੀਂ ਅੰਦੋਲਨ ਨੂੰ ਸਾਰੇ ਨੂੰ ਵਾਚਦੇ ਜੇ, ਸਿੰਘੂ ਬਾਰਡਰ, ਟਿੱਕਰੀ ਬਾਰਡਰ, ਅੱਜ ਪਗੜੀ ਸੰਭਾਲ ਜੱਟਾ, ਇਹ ਦੌਰ ਕਿਵੇਂ ਦਾ ਚੱਲ ਰਿਹਾ? ਕੀ ਮਨ ਚੋਂ ਉਬਲਦਾ ਕੀ ਹੈ? ਇਹ ਮੈਨੂੰ ਤਾਂ ਬੜੀ ਹੈਰਾਨੀ ਹੋ ਰਹੀ ਹੈ ਵੀ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੰਨਾ ਲੰਬਾ ਪੈਂਡਾ ਸਾਰੇ ਸੱਜਣਾਂ ਨੇ, ਕਿਸਾਨਾਂ ਨੇ ਕੀਤਾ ਹੈ। ਫਿਰ ਉਸ ਤੋਂ ਬਾਅਦ ਗਵਰਨਮੈਂਟ ਦੇ ਕੰਨਾਂ ਤੇ ਜੂੰ ਨਾ ਸਰਕੇ। ਮੈਂ ਬਹੁਤ ਹੈਰਾਨ ਹਾਂ ਇਸ ਗੱਲ। ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ, ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ, ਤੇ ਸਿਰ ਝੁਕਾ ਕੇ ਕੌਮ ਦੇ ਗੱਦਾਰ ਚੱਲਿਆ ਕਰਦੇ ਨੇ। ਉਹ ਕਦੇ ਨਹੀਂ ਮੰਨਦੇ ਇਨ ਰਾਟੀ ਕੀਨ ਦੀ,
ਉਹ ਕਦੇ ਨਹੀਂ ਮੰਨਦੇ ਇਨ ਰਾਟੀ ਕੀਨ ਦੀ। ਕੌਮ ਦੇ ਸੰਕਟ ਸਦਾ ਖੁਦਾਰ ਚੱਲਿਆ ਕਰਦੇ ਨੇ। ਕੌਮ ਦੇ ਸੰਕਟ ਸਦਾ ਖੁਦਾਰ ਚੱਲਿਆ ਕਰਦੇ ਨੇ। ਪ੍ਰਤੀਕ ਤੁਸੀਂ ਮਹਾ ਪੰਚਾਇਤ ਵੀ ਕੀਤੀ ਚੰਡੀਗੜ੍ਹ, ਕਦੋਂ ਚੜੂਗੀ ਲੀਤ? ਛੇਤੀ ਉਹ ਚੜ ਜੂਗੀ ਜੀ। ਗੱਲ ਇਹ ਆ ਵੀ ਗੱਡੀ ਤੁਰ ਤਾਂ ਪਈ ਆ, ਤੇ ਗੱਲ ਇਹ ਆ ਵੀ ਸਰਕਾਰਾਂ ਵੀ ਹੁਣ ਸਮਝ ਗਈਆਂ ਨੇ। ਜਿਹੜੇ ਇਹ ਹੱਥਕੰਡੇ ਅਪਣਾ ਰਹੀਆਂ ਨੇ, ਨੌਜਵਾਨਾਂ ਦੀ ਗ੍ਰਿਫਤਾਰੀਆਂ ਜਾਂ ਝੂਠੇ ਪਰਚੇ, ਇਹ ਸਰਕਾਰ ਇਸੇ ਲਈ ਕਰ ਰਹੀ ਹੈ ਕਿ ਨੌਜਵਾਨੀ ਜਿਹੜੀ ਹੈ ਕਿਤੇ ਨਾ ਕਿਤੇ ਇਹਨਾਂ ਪਰਚਿਆਂ ਤੋਂ ਡਰ ਜਾਵੇ ਤੇ ਪਿੱਛੇ ਹੋ ਕੇ ਬਹਿ ਜਾਵੇ। ਤੁਹਾਡੇ ਤੇ ਵੀ ਪਰਚਾ ਹੋਇਆ ਪਤਾ? ਹਾਂਜੀ ਹਾਂਜੀ, ਸਾਡੇ ਚੰਡੀਗੜ੍ਹ ਤੇ ਸਾਡੇ ਤੇ ਵੀ ਪਰਚਾ FIR ਹੈ ਜਦੋਂ ਅਸੀਂ BJP ਭਵਨ ਘੇਰਿਆ ਸੀ। ਪਰ ਗੱਲ ਇਹ ਹੈ ਵੀ ਇਹ ਪਰਚੇ ਕਿਸ ਮਕਸਦ ਲਈ ਨੇ, ਤੁਸੀਂ ਉਹ ਵੀ ਦੇਖੋ। ਅਸੀਂ ਕੋਈ ਆਪਣੇ ਦੇਸ਼ ਦੇ ਖਿਲਾਫ ਨਹੀਂ ਹੈਗੇ, ਅਸੀਂ ਇਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਆ। ਸੋ ਸਰਕਾਰ ਨੂੰ ਇਹ ਚੀਜ਼ ਸਮਝਣੀ ਚਾਹੀਦੀ। ਆਮ ਪਬਲਿਕ ਤੇ ਆਮ ਨੌਜਵਾਨ ਸਮਝ ਚੁੱਕੇ ਨੇ। ਸੋ ਦਬਾਇਆ ਤਾਂ ਭਗਤ ਸਿੰਘ ਨੂੰ ਵੀ ਗਿਆ, ਉਹਨੂੰ ਫਾਂਸੀ ਤੇ ਵੀ ਚੜਾਇਆ, ਪਰ ਕੀ ਸਾਡੇ ਦੇਸ਼ ਨੂੰ ਆਜ਼ਾਦੀ ਨਹੀਂ ਮਿਲੀ? ਸੋ ਨੌਜਵਾਨਾਂ ਨੂੰ ਜਿੰਨਾ ਦਬਾਓਗੇ ਇਹ ਉਨਾ ਹੀ ਉੱਤੇ ਆਉਣਗੇ। ਨੌਜਵਾਨੀ ਪਿੱਛੇ ਨਹੀਂ ਹਟੂਗੀ। ਸਾਡੇ ਬਾਪੂ ਜੀ ਹੁਣੀ ਜੋ ਪ੍ਰੋਗਰਾਮ ਕਰਨਗੇ, ਨੌਜਵਾਨ ਵੱਧ ਤੋਂ ਵੱਧ ਚੜ ਕੇ ਦੇ ਵਿੱਚ ਹਿੱਸਾ ਪਾਉਣਗੇ। ਤੁਹਾਨੂੰ ਪਗੜੀ ਸੰਭਾਲ ਜੱਟਾ ਪ੍ਰੋਗਰਾਮ 'ਚ ਇੱਕ ਹੋਰ ਚਿਹਰਾ ਦਿਖਾਉਂਦੇ, ਤੁਸੀਂ ਖੁਦ ਹੀ ਪਛਾਣੋ ਇਹ ਕੌਣ ਨੇ? ਦੇਖੋ ਗੱਲ ਇਹ ਹੈ ਤਰਲੋਚਨ ਸਿੰਘ ਜੀ ਵੀ ਅੱਜ ਇਹ 100 ਤੇ 15-16 ਸਾਲ ਬਾਅਦ ਅੱਜ ਪੰਜਾਬ ਮੁੜ ਕੇ ਜਾਗਿਆ। ਅੱਜ ਪੰਜਾਬ ਦੀ ਪੱਗ ਮੁੜ ਕੇ ਸਿਰ ਤੇ ਰੱਖਣ ਦੀ ਲੋੜ ਹੈ। ਕਿਸਾਨ ਦੀ ਪਗੜੀ ਸੰਭਾਲ ਜੱਟਾ, ਭਾਵੇਂ ਉਹ ਜੱਟ ਦਾ ਮਤਲਬ ਹੀ ਕਿਸਾਨ ਹੈ ਇੱਥੇ। ਤੇ ਜਿਹੜੀ ਚਾਚਾ ਅਜੀਤ ਸਿੰਘ ਨੇ ਮੂਵਮੈਂਟ ਸ਼ੁਰੂ ਕਰੀ ਸੀ ਉਹਦੇ ਨਾਲ ਬੜੀਆਂ ਅੱਜ ਬਰਾਬਰਤਾਵਾਂ ਨੇ। ਉਦੋਂ ਵੀ 3 ਕਾਨੂੰਨ ਸੀਗੇ, ਹੁਣ ਵੀ 3 ਕਾਨੂੰਨ ਨੇ। ਉਦੋਂ ਵੀ ਕਾਨੂੰਨ ਜ਼ਮੀਨ ਖੋਹਣ ਬਾਰੇ ਸੀ। 3 ਕਾਨੂੰਨਾਂ 'ਚ ਕੈਰੀਨੇਸ਼ਨ ਦਾ ਐਕਟ ਸੀ, ਇੱਕ ਕੋਲੋਨਾਈਜੇਸ਼ਨ ਐਕਟ ਸੀ ਤੇ ਇੱਕ ਸੀਗੀ ਬਾਰੀ ਦੁਆਬ ਐਕਟ। ਤੁਸੀਂ ਸ਼ਾਇਦ ਹੁਣ ਪਛਾਣ ਲਿਆ ਹੋਊਗਾ, ਇਹ ਡਾਕਟਰ ਪਿਆਰੇ ਲਾਲ ਗਰਗ ਨੇ ਜਿਹੜੇ ਵੱਖ-ਵੱਖ ਮੀਡੀਆ ਰਾਹੀਂ ਰੋਜ਼ ਤੁਹਾਨੂੰ ਅਵੇਅਰ ਕਰਦੇ ਨੇ। ਡਾਕਟਰ ਸਾਹਿਬ ਹੁਣ ਤੁਸੀਂ ਗੱਲ ਮੁਕਾਓ, ਇੱਥੇ ਗੱਲ ਖਤਮ ਕਿੱਦਾਂ ਹੋਊਗੀ? ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ, ਅੰਗਰੇਜ਼ ਨੇ, ਵੀ ਅਸੀਂ ਬਦਲਾਅ ਕਰ ਦਿੰਦੇ ਹਾਂ, ਅਮੈਂਡਮੈਂਟ ਕਰ ਦਿੰਦੇ ਹਾਂ। ਲਾਲਾ ਲਾਜਪਤ ਰਾਏ ਮੰਨ ਗਏ ਵੀ ਅਮੈਂਡਮੈਂਟ ਕਰਾ ਲੈਂਦੇ ਹਾਂ ਤੇ ਬਾਕੀ ਲੜਾਈ ਜਾਰੀ ਰੱਖਾਂਗੇ। ਚਾਚਾ ਅਜੀਤ ਸਿੰਘ ਨੇ ਕਿਹਾ ਬਿਲਕੁਲ ਨਹੀਂ। ਅੱਜ ਤਾਂ ਜਿਹੜੀ ਕਨਵੈਨਸ਼ਨ ਹੋਣੀ ਆ ਉਹਦੇ 'ਚ ਅਸੀਂ ਕਹਿਣਾ ਅੰਗਰੇਜ਼ ਨੂੰ ਟੈਕਸ ਦੇਣੇ ਬੰਦ ਕਰੋ। 9 ਮਹੀਨੇ ਲੱਗੇ ਸੀ। ਲਾਲਾ ਲਾਜਪਤ ਰਾਏ ਤੇ ਚਾਚਾ ਅਜੀਤ ਸਿੰਘ ਜੇਲ੍ਹ 'ਚ ਰਹੇ ਤੇ ਅੰਗਰੇਜ਼ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ। ਇੱਕ ਹੋਰ ਨੌਜਵਾਨਾਂ ਮਿਲਾਉਂਦੇ ਜਿਹੜਾ ਰੋਜ਼ ਸ਼ਾਮ ਨੂੰ ਚੌਂਕਾਂ ਤੇ ਗੱਜਦਾ ਹੈ, ਬੜੇ ਫਾਬਰੇ ਆ ਜੀ। ਤੁਹਾਨੂੰ ਪਤਾ ਹੀ ਹੈ ਜੀ, ਮੋਦੀ ਨੂੰ ਹਿੱਲਦਾ ਗਿਆ ਸਿਸਟਮ, ਪਰ ਹਜੇ ਜਾਣਬੁੱਝ ਕੇ ਹਜੇ ਸਾਨੂੰ ਹਰਾਸਮੈਂਟ ਕਰ ਰਿਹਾ। ਬਸ ਥੋੜਾ ਅੱਧ ਦੇ ਉੱਪਰ ਹੈ, ਹਜੇ ਹੋ ਜਾਊਗਾ, ਹੌਲੀ ਹੌਲੀ ਹੋ ਜਾਊਗਾ। ਉਮੀਦ ਤਾਂ ਸਾਡੀ ਪੂਰੀ ਹੈ ਜੀ, ਅਸੀਂ ਜ਼ੋਰ ਵੀ ਪੂਰਾ ਲਾ ਰਹੇ ਹਾਂ। ਜਦੋਂ ਮਹਾ ਪੰਚਾਇਤ ਸੀ ਉਦੋਂ ਵੀ ਇਹ ਸਟੇਜ ਤੇ ਸੀ ਤੇ ਅੱਜ ਮੋਢਿਆਂ ਤੇ। ਬਿਲਕੁਲ ਜੀ ਬਿਲਕੁਲ। ਮੈਂ ਤਾਂ ਆਪਣੇ ਜਿਹੜੇ ਭਤੀਜੇ ਬੱਚੇ ਵਗੈਰਾ ਉਹਨਾਂ ਨਾਲ ਹੀ ਰੱਖਦਾ, ਕਿਉਂਕਿ ਇਹ ਜਦੋਂ ਹੁਣ ਦੇਖਦੇ ਨੇ ਵੀ ਕੀ ਮੂਵਮੈਂਟ ਹੈ, ਫਿਰ ਸਾਨੂੰ ਘਰੇ ਜਾ ਕੇ ਪੁੱਛਦੇ ਪਾਪਾ ਅਸੀਂ ਅੱਜ ਕਿਉਂ ਗਏ ਸੀਗੇ ਉੱਥੇ, ਅਸੀਂ ਉਦਣ ਮਹਾ ਪੰਚਾਇਤ ਕਿਉਂ ਲਿਖੀ। ਜਦੋਂ ਕੁਐਸਚਨ ਪੁੱਛਦੇ ਅਸੀਂ ਦੱਸਦੇ ਵੀ ਸਾਡੇ ਨਾਲ ਜੋ ਧੱਕਾ ਹੋ ਰਿਹਾ ਵੀ ਜਿਹੜੇ ਕਾਲੇ ਕਾਨੂੰਨ ਬਿੱਲ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸਾਨੂੰ ਇਹ ਸਾਰਾ ਕੁਝ ਮੁਹਿੰਮ ਜੋ ਵੀ ਹੈ ਪਲੰਦਾ ਇਹ ਕੱਸਣਾ ਪੈਂਦਾ ਹੈ। ਬਾਈ ਜੀ ਪੱਗ ਸਜਾ ਰਹੇ ਜੇ, ਕਿੰਨਾ ਕੁ ਮਜ਼ਾ ਆ ਰਿਹਾ? ਮੈਂ ਕਹਿੰਦਾ ਜੀ ਸਿਰੇ ਦਾ ਮਜ਼ਾ ਹੈ। ਤੇ ਬਾਕੀ ਸਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਫਾਰਮ ਲਾਜ਼ ਬਾਰੇ ਦੂਜਿਆਂ ਤੋਂ। ਜੋ ਮੇਰਾ ਹੈ, ਮੇਰੇ ਵਿਊ, ਜੋ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਇਹਨਾਂ ਨੇ ਕੀਤੀ ਹੈ ਐਕਟ, ਉਹਦਾ ਕੀ ਮਤਲਬ ਹੈ ਜੀ? ਹੁਣ ਸੁਣ ਲਓ ਕਿ ਪਿਛਲੇ ਸਾਲ ਦੇ ਰੇਟ ਤੋਂ ਤੁਸੀਂ 49% ਵੱਧ ਤੇ ਵੇਚ ਸਕਦੇ ਹੋ। ਠੀਕ ਹੈ, ਹੋਰਡਿੰਗ ਕਰ ਸਕਦੇ ਹੋ ਜਿੰਨੀ ਮਰਜ਼ੀ, ਪ੍ਰਾਈਵੇਟ ਪਲੇਅਰ ਜਿੰਨਾ ਮਰਜ਼ੀ ਹੋਰਡ ਕਰ ਲੇ। ਠੀਕ ਹੈ ਜੀ। ਹੁਣ ਜੇ ਪਿਛਲੇ ਸਾਲ 100 ਰੁਪਿਆ ਸੀ, ਅਗਲੇ ਸਾਲ 149 ਤੇ ਵੇਚ ਸਕਦਾ। ਉਸ ਤੋਂ ਅਗਲੇ ਸਾਲ ਕੀ ਫੇਰ ਦੁੱਗਣਾ, ਫੇਰ ਦੁੱਗਣਾ। 5 ਸਾਲਾਂ ਨੂੰ ਤਾਂ ਤੁਸੀਂ ਇਹਦਾ ਕੰਜ਼ਿਊਮਰ ਇਫੈਕਟ ਹੋ ਰਿਹਾ ਨਾ ਜੀ। ਇੱਕ ਹੋਰ ਰੰਗ ਦੇਖੋ, ਆਪਣੀ ਬੱਚੀ ਨੂੰ ਲੈ ਕੇ ਆਏ ਜੀ? ਹਾਂਜੀ, ਬੇਟੀ ਹੈ ਜੀ ਮੇਰੀ ਇਹ। ਓਕੇ। ਹਾਂਜੀ, ਸਾਡਾ ਜਿਹੜਾ ਵਿਰਸਾ, ਅਸੀਂ ਆਪਣਾ ਵਿਰਸਾ ਦੱਸਣਾ ਚਾਹੁੰਦੇ ਹਾਂ। ਹੁਣ ਅੱਜ ਦੀ ਪੀੜ੍ਹੀ 'ਚ ਦੇਖਿਆ ਜਾਏ, ਪਹਿਲਾਂ ਜਿੱਦਾਂ ਗਾਣੇ ਚੱਲਦੇ ਸੀ ਹਥਿਆਰਾਂ ਵਾਲੇ ਇਹ ਚੱਲਦੇ ਸੀ, ਹੁਣ ਸਾਡੀ ਪੀੜ੍ਹੀ ਨੂੰ ਬਾਬਾ ਬਘੇਲ ਸਿੰਘ ਤੇ ਚਾਚਾ ਅਜੀਤ ਸਿੰਘ ਇਹਨਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ। ਤਾਂ ਅਸੀਂ ਹੁਣ ਇਦਾਂ ਜੋੜਾਂਗੇ ਤਾਂ ਹੀ ਪਤਾ ਲੱਗੇਗਾ ਨਾ ਬੱਚਿਆਂ ਨੂੰ ਜੀ। ਸਿੱਧੂ ਸਾਹਿਬ ਅੱਜ ਨਵਾਂ ਰੂਪ, ਅੱਜ ਕੌਮ ਦੇ ਬਹੁਤ ਹੀ ਮਸ਼ਹੂਰ ਔਰ ਜਿਨ੍ਹਾਂ ਨੇ ਕਿਸਾਨੀ ਲਈ ਬਹੁਤ ਜ਼ਿਆਦਾ ਸੇਵਾ ਔਰ ਤਸ਼ੱਦਦ ਝੱਲੇ ਸੇਵਾ ਕਰਦੇ ਹੋਏ ਸਰਦਾਰ ਅਜੀਤ ਸਿੰਘ ਜੋ ਭਗਤ ਸਿੰਘ ਦੇ ਚਾਚਾ ਜੀ ਸਨ, ਅੱਜ ਉਹਨਾਂ ਦੀ ਜਨਮ ਸ਼ਤਾਬਦੀ ਦਾ ਦਿਨ ਸਮਰਪਿਤ ਹੈ ਪਗੜੀ ਸੰਭਾਲ ਜੱਟਾ। ਤੇ ਉਹ ਸ਼ਾਮਲ ਹੋਣ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਹਿਰਾਵਾ ਉਸ ਤਰ੍ਹਾਂ ਦਾ ਕਿਸਾਨੀ ਪਹਿਰਾਵਾ ਲਿਆਂਦਾ ਜਾਵੇ, ਲੋਕਾਂ ਨੂੰ ਵੱਧ ਤੋਂ ਵੱਧ ਜਾਗਰਤ ਕੀਤਾ ਜਾਵੇ।
ਸੋਮਲ ਜੀ ਅੱਜ ਨਵੇਂ ਰੰਗ ਦੀ ਦਸਤਾਰ ਸਜਾ ਲਈ। ਬਿਲਕੁਲ ਜੀ, ਸਾਡੇ ਕ੍ਰਾਂਤੀਕਾਰੀ ਚਾਚਾ ਅਜੀਤ ਸਿੰਘ ਜੀ ਦਾ ਅੱਜ ਜਨਮ ਦਿਨ ਆ। ਉਹਨਾਂ ਨੂੰ ਸਿਜਦਾ ਕਰਦੇ ਹੋਏ ਅੱਜ ਅਸੀਂ ਲੋਕਾਂ ਦੇ ਵਿੱਚ ਨਵਾਂ ਜੋਸ਼, ਨਵਾਂ ਜਜ਼ਬਾ ਭਰਨ ਦੇ ਲਈ ਅੱਜ ਅਸੀਂ ਇਹ ਦਸਤਾਰਾਂ ਸਜਾਈਆਂ ਨੇ, ਤਾਂ ਕਿ ਜਿਹੜੇ ਇਹ ਕਾਲੇ ਕਾਨੂੰਨ ਜਿਸ ਤਰ੍ਹਾਂ ਦੇ ਉਸ ਸਮੇਂ ਦੇ ਵਿੱਚ ਚਾਚਾ ਅਜੀਤ ਸਿੰਘ ਜੀ ਨੇ ਵਿਰੋਧ ਕਰਕੇ ਵਾਪਸ ਕਰਵਾਏ ਸੀ, ਸਾਡੇ ਇਹ ਵਾਰਸ, ਭਗਤ ਸਿੰਘ ਦੇ ਇਹ ਵਾਰਸ, ਅਜੀਤ ਸਿੰਘ ਜੀ ਦੇ ਵਾਰਸ, ਸਾਡੇ ਉਹਨਾਂ ਜਰਨੈਲਾਂ ਦੇ ਵਾਰਸ ਨੇ, ਇਹ ਵੀ ਉਹਨਾਂ ਕਾਲੇ ਕਾਨੂੰਨਾਂ ਨੂੰ, ਜਿਹੜੇ ਕਾਨੂੰਨ ਉਸ ਵਕਤ ਅੰਗਰੇਜ਼ ਸਰਕਾਰ ਤੋਂ ਵਾਪਸ ਕਰਵਾਏ ਸੀ, ਇਹ ਕਾਲੇ ਅੰਗਰੇਜ਼ਾਂ ਤੋਂ, ਇਹ ਮੋਦੀ ਸਰਕਾਰ ਤੋਂ, ਇਹ ਬਿੱਲ ਵੀ ਅਸੀਂ ਵਾਪਸ ਕਰਵਾ ਕੇ ਰਹਾਂਗੇ। ਮੋਦੀ ਸਰਕਾਰ ਨੂੰ ਹਲੇ ਸਮਝ ਨਹੀਂ, ਜਿੰਨਾ ਵੀ ਲੰਬਾ ਲਮਕਾਊਗਾ ਮੋਦੀ ਸਰਕਾਰ ਉਹਨਾਂ ਇਹਨਾਂ ਨੂੰ ਘਾਟਾ ਹੈ, ਕਿਉਂਕਿ ਹੁਣ ਪੰਜਾਬ ਵਿੱਚ ਇਹ ਲਹਿਰ ਉੱਠ ਗਈ ਹੈ ਕਿ ਇੱਕ ਤਾਂ ਕਿਸਾਨਾਂ ਨੂੰ ਜੋ 3 ਕਾਨੂੰਨ ਬਣਾਏ ਉਹਦੇ ਸਬੰਧ ਦੇ ਵਿੱਚ ਅੱਜ ਚਾਚਾ ਅਜੀਤ ਸਿੰਘ ਦੇ ਜੋ ਜਨਮ ਦਿਨ ਹੈ ਉਹਦੇ ਸਬੰਧ ਦੇ ਵਿੱਚ ਅੱਜ ਵੀ ਪਿੰਡ ਪਿੰਡ ਤੋਂ ਆਵਾਜ਼ ਉੱਠ ਰਹੀ ਹੈ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਕਿ ਇਹ ਜੋ ਸੰਘਰਸ਼ ਹੈ ਚੱਲਦੇ ਰਹਿਣੇ ਹੈ। ਜੋਗਰਾਜ ਜੀ ਅੱਜ ਬਸੰਤੀ ਰੰਗ 'ਚ ਰੰਗੇਗੇ। ਮੈਂ ਤਾਂ ਅਕਾਲ ਪੁਰਖ ਦੇ ਰੰਗ 'ਚ ਰੰਗਿਆ ਹੋਇਆ, ਉਹਦੇ ਕਈ ਰੰਗ ਨੇ, ਇਹ ਵੀ ਇੱਕ ਰੰਗ ਹੈ। ਇਹ ਰੰਗ 'ਚ ਰੰਗਣ ਲਈ ਮੋਦੀ ਸਾਹਿਬ ਦਾ ਕਿੰਨਾ ਕੁ ਯੋਗਦਾਨ ਹੈ? ਤੁਸੀਂ ਗੱਲ ਕੋਈ ਚੰਗੇ ਬੰਦੇ ਦੀ ਕਰੋ, ਕੋਈ ਸ਼ੇਰ ਦੀ ਗੱਲ ਕਰੋ, ਕੋਈ ਜਰਨੈਲਾਂ ਦੀ ਗੱਲ ਕਰੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੋ, ਹਰੀ ਸਿੰਘ ਨਲੂਏ ਦੀ ਗੱਲ ਕਰੋ, ਤਾਂ ਮੈਂ ਗੱਲ ਕਰਾਂ। ਤੁਸੀਂ ਕਿਹੜੀ ਕਹਾਣੀ ਛੇੜ ਲਈ? ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ ਦੇਸ਼ ਦਾ, ਮੈਂ ਸਤਿਕਾਰ ਕਰਦਾ ਉਹਨਾਂ ਨੂੰ। ਅੰਦੋਲਨ ਲੰਬਾ ਨਹੀਂ ਹੋ ਗਿਆ ਕੁਛ? ਅੰਦੋਲਨ ਹਮੇਸ਼ਾ ਲੰਬੇ ਹੋਇਆ ਕਰਦੇ। 1909 ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਹੋਇਆ, ਉਦੋਂ ਸਰਦਾਰ ਅਜੀਤ ਸਿੰਘ ਜੀ ਉਹਨਾਂ ਨੇ, ਭਗਤ ਸਿੰਘ ਦੇ ਚਾਚਾ ਜੀ ਤੇ ਉਹਨਾਂ ਦੇ ਫਾਦਰ ਕਿਸ਼ਨ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ਉਹ ਤੁਹਾਡੇ ਯਾਦ ਹੋਣਾ, ਜੇ ਆਪਾਂ ਹਿਸਟਰੀ ਫਰੋਲੀਏ ਤਾਂ ਰੇਲ ਦੀਆਂ ਪਟੜੀਆਂ ਤੇ ਲੋਕ ਪੈ ਗਏ ਸੀ, ਤਾਂ ਗੋਰਿਆਂ ਨੇ ਰੇਲਾਂ ਵੀ ਚਲਾਤੇ ਸੀ, ਬਹੁਤ ਬੰਦੇ ਮਰੇ, 25-30 ਹਜ਼ਾਰ ਬੰਦਾ ਮਰਿਆ, ਬਹੁਤ ਤਸ਼ੱਦਦ ਹੋਈ। ਤੁਸੀਂ ਪੜ੍ਹੇ ਹੋਣਾ। 9 ਮਹੀਨੇ ਚੱਲਦਾ ਰਿਹਾ। 9 ਮਹੀਨੇ ਬਾਅਦ ਫਿਰ ਉਹਨੇ ਬਿੱਲ ਵਾਪਸ ਲੈ ਲਿਆ। ਨਾਲੇ ਹੁਣ ਗੱਲ ਭਾਜੀ ਬਿੱਲਾਂ ਦੀ ਰਹਿ ਨਹੀਂ ਗਈ। ਮੇਰੇ ਹਿਸਾਬ ਨਾਲ ਅਕਾਲ ਪੁਰਖ ਮਹਾਰਾਜ ਨੇ, ਗੁਰੂ ਪੀਰਾਂ ਨੇ, ਪੀਰ ਪੈਗੰਬਰਾਂ ਨੇ, ਰਿਸ਼ੀਆਂ ਮੁਨੀਆਂ ਨੇ, ਗੱਲ ਹੱਕਾਂ ਦੀ ਆ ਗਈ ਹੈ। ਕੱਪੜੇ ਪਾਉਣੇ ਆਪਣੀ ਮਨਮਰਜ਼ੀ ਨਾਲ, ਆਜ਼ਾਦੀ ਹੈ। ਜੀਣਾ ਆਪਣੀ ਮਨਮਰਜ਼ੀ ਨਾਲ, ਜਿਹੜੇ ਮਕਾਨ 'ਚ ਰਹਿਣਾ ਆਪਣੀ ਮਨਮਰਜ਼ੀ ਨਾਲ, ਖੇਤ ਬਾਉਣੇ ਆਪਣੀ ਮਨਮਰਜ਼ੀ ਨਾਲ, ਫਸਲ ਬੀਜਣੀ ਆਪਣੀ ਮਨਮਰਜ਼ੀ ਨਾਲ, ਵੇਚਣੀ ਨਹੀਂ ਵੇਚਣੀ ਆਪਣੀ ਮਨਮਰਜ਼ੀ ਨਾਲ, ਕਿੰਨੇ ਦੀ ਵੇਚਣੀ ਉਹ ਵੀ ਆਪਣੀ ਮਨਮਰਜ਼ੀ ਨਾਲ। ਸੋ ਹੁਣ ਹੱਕ ਬਹੁਤ ਲੰਬੇ ਚੌੜੇ ਹੋ ਗਏ ਤੇ ਇਕੱਲੇ ਬਿੱਲਾਂ ਦੀ ਗੱਲ ਨਹੀਂ ਰਹਿ ਗਈ। ਤੇ ਮੈਂ ਸਮਝਦਾ ਅੰਗਰੇਜ਼ੀ ਦੀ ਕਹਾਵਤ ਹੈ, ਅਪਰਾਈਜ਼ਿੰਗ ਆਫ ਦੀ ਕੰਟਰੀ। ਜਿੱਥੋਂ ਕੋਈ ਚੀਜ਼ ਉੱਠਦੀ ਹੈ, ਜਿਵੇਂ ਸੂਰਜ ਉਦੇ ਹੁੰਦਾ ਹੈ, ਮੈਨੂੰ ਸਿਰਫ ਇੱਕੋ ਹੀ ਡਰ ਹੈ, ਔਰ ਮੈਂ ਗੱਲ ਬੁਲੰਦ ਆਵਾਜ਼ 'ਚ ਕਹਿਣਾ ਚਾਹੁੰਦਾ ਕਿ ਸਮਾਂ ਬੜਾ ਭਿਆਨਕ ਚੱਲ ਰਿਹਾ ਸਾਰਿਆਂ ਵਾਸਤੇ, ਇਸ ਦੇਸ਼ ਵਾਸਤੇ, ਸਾਰੇ ਦੇਸ਼ ਵਾਸਤੇ। ਔਰ ਮੈਨੂੰ ਡਰ ਹੈ ਕਿਤੇ ਇਸ ਦੇਸ਼ ਦੇ ਵਿੱਚ ਪਹਿਲੀ ਹਿਸਟਰੀ ਦੀ ਕਿਤੇ ਸਿਵਲ ਵਾਰ ਨਾ ਹੋ ਜਾਏ, ਕਿਉਂਕਿ ਜੇ ਹਿੰਦੁਸਤਾਨ ਦੇ ਵਿੱਚ ਸਿਵਲ ਵਾਰ ਹੋਈ ਤਾਂ ਹੋ ਸਕਦਾ ਹਿੰਦੁਸਤਾਨ ਨੂੰ ਝੱਲ ਨਾ ਸਕੇ, ਕਿਉਂਕਿ ਆਪਾਂ ਹਰ ਵਰਗ ਦੇ ਲੋਕ, ਹਰ ਧਰਮ ਦੇ ਲੋਕ ਇੱਕ ਭਾਈਚਾਰੇ 'ਚ ਰਹਿੰਦੇ ਆ। ਲੇਕਿਨ ਮੈਂ ਦੇਖਦਾ ਹੌਲੀ ਹੌਲੀ ਇਹਨਾਂ ਨੇ, ਸੈਂਟਰ ਸਰਕਾਰ ਨੇ ਇੱਕ ਨਫ਼ਰਤ ਪੈਦਾ ਕਰਨੀ ਸ਼ੁਰੂ ਕਰਤੀ ਹੈ, ਖਾਸ ਕਰ ਮੀਡੀਆ ਦੇ ਥਰੂ। ਔਰ ਉਸ ਮੀਡੀਆ ਨੇ ਬੜੀਆਂ ਵੀਡੀਓਜ਼ ਜਿਹੜੀਆਂ ਲੋਕਾਂ ਦੀਆਂ, ਜੋ ਕੁਛ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੇ, ਕੱਟ ਵੱਢ ਕੇ ਟੇਬਲ ਤੇ ਐਡਿਟ ਕਰਕੇ ਲੋਕਾਂ ਨੂੰ ਸੁਣਾਉਣੀਆਂ ਸ਼ੁਰੂ ਕੀਤੀਆਂ। ਔਰ ਜੋ ਲੋਕ ਕਿਸੇ ਨੂੰ, ਕਿਸੇ ਦੇਸ਼ ਨੂੰ ਧਰਮਾਂ ਦੇ ਵਿੱਚ ਵੰਡਦੇ ਨੇ, ਵਰਗਾਂ ਦੇ ਵਿੱਚ ਵੰਡਦੇ ਨੇ, ਉਹਨਾਂ ਨੂੰ ਮੈਂ ਸ਼ੈਤਾਨ ਦੀ ਅਨਾਈ ਕਹਿਣਾ। ਇਹ ਕੋਸ਼ਿਸ਼ ਹਿਟਲਰ ਨੇ ਵੀ ਕੀਤੀ ਸੀ, ਕੀ ਹੋਇਆ ਤੁਹਾਨੂੰ ਪਤਾ, ਲੇਕਿਨ ਅੱਧੀ ਦੁਨੀਆ ਬਰਬਾਦ ਹੋਈ। ਸੋ ਬਰਬਾਦੀ ਦਾ ਅਸਾਰ, ਬਰਬਾਦੀ ਦੇ ਬੱਦਲ ਆਪਣੇ ਸਾਰਿਆਂ ਦੇ ਸਿਰ ਤੇ ਮੰਡਰਾ ਰਹੇ ਨੇ। ਸੱਚੇ ਪਾਤਸ਼ਾਹ ਮਿਹਰ ਕਰੇ, ਕਿਰਪਾ ਕਰੇ, ਕਿਉਂਕਿ ਇਹ ਅੰਦੋਲਨ ਸਿਰਫ ਬੰਦਿਆਂ ਦਾ ਨਹੀਂ ਰਹਿ ਗਿਆ, ਜਥੇਬੰਦੀਆਂ ਦਾ ਨਹੀਂ ਰਹਿ ਗਿਆ। ਇਹ ਅਕਾਲ ਪੁਰਖ ਨੇ ਆਪ ਸ਼ੁਰੂ ਕੀਤਾ, ਮਹਾਕਾਲ ਨੇ ਆਪ ਸ਼ੁਰੂ ਕੀਤਾ, ਗੁਰੂ ਮਹਾਰਾਜ ਦੀ ਥਾਪੜੀ ਨਾਲ ਸ਼ੁਰੂ ਹੋਇਆ, ਔਰ ਇਸ ਦੇਸ਼ ਦੀ ਤਰੱਕੀ ਵਾਸਤੇ ਸ਼ੁਰੂ ਹੋਇਆ। ਕਿਉਂਕਿ ਮੈਂ ਸਮਝਦਾ ਕੋਈ ਇੱਕ ਨਇਆ ਸੂਰਜ, ਨਵਾਂ ਯੁੱਗ ਆਉਣ ਵਾਲਾ। ਮਹਾਰਾਜ ਮਿਹਰ ਕਰੇ, ਸਭ ਇਕੱਠੇ ਹੋ ਕੇ ਰਹਿਣ, ਪਿਆਰ ਮੁਹੱਬਤ ਹੋਵੇ। ਜੋ ਇੱਕ ਦੱਸੋ, ਲੱਗਦਾ ਨਹੀਂ ਸਾਰੇ
ਵਰਤਾਅ ਚੋਂ ਕਿਤੇ ਪੰਜਾਬ ਰੜਕਦਾ ਦਿੱਲੀ ਨੂੰ। ਮੈਂ ਵੀ ਇੱਕ ਸਵਾਲ ਬੜੀ ਵਾਰੀ ਜਦ ਵੀ ਬੋਲਿਆ ਇੱਕ ਪੁੱਛਿਆ ਭਾਜੀ, ਆਖਿਰ ਪੰਜਾਬ ਨੇ ਤੁਹਾਡਾ ਕੀ ਮਾੜਾ ਕੀਤਾ? ਅਸੀਂ ਕੀ ਇਹੋ ਜਿਹਾ ਗੁਨਾਹ ਕਰਤਾ ਹੈ ਕਿ ਤੁਸੀਂ ਸਾਡੇ ਨਾਲ ਇੰਨੀ ਨਫ਼ਰਤ ਕਿਉਂ ਕਰਦੇ? ਮੈਂ ਵਿਚਰ ਕੇ ਦੇਖਿਆ ਹੈ ਪਿਛਲੇ 50-60 ਸਾਲ ਹਿੰਦੁਸਤਾਨ ਦੇ ਵਿੱਚ, ਬੜਾ ਦੁੱਖ ਹੁੰਦਾ ਹੈ। ਇੱਕ ਉਹ ਅੱਜ ਦੀ ਗੱਲ ਨਹੀਂ। ਔਰ ਕੀ ਇਹ ਗੁਨਾਹ ਪੰਜਾਬ ਦਾ ਇਸ ਕਰਕੇ ਹੈ ਕਿ ਇਸ ਦੇਸ਼ ਵਾਸਤੇ ਬਾਰਡਰ ਦੀ ਬੈਲਟ ਹੋਣ ਦੇ ਨਾਤੇ ਇਸ ਦੇਸ਼ ਦੀ ਰੱਖਿਆ ਕੀਤੀ, ਇਸ ਦੇਸ਼ ਦੇ ਲੋਕਾਂ ਦੀ ਰੱਖਿਆ ਕੀਤੀ, ਇਸ ਦੇਸ਼ ਦੇ ਧਰਮਾਂ ਦੀ ਰੱਖਿਆ ਕੀਤੀ, ਇਸ ਦੇਸ਼ ਦੇ ਧੀਆਂ ਭੈਣਾਂ ਦੀ ਰੱਖਿਆ ਕੀਤੀ, ਬਜ਼ੁਰਗਾਂ ਦੀ ਰੱਖਿਆ ਕੀਤੀ, ਇਸ ਦੇਸ਼ ਨੂੰ ਬਚਾਇਆ, ਅੰਗਰੇਜ਼ਾਂ ਦੀ, ਮੁਗਲਾਂ ਦੀ ਗੁਲਾਮੀ ਦੀਆਂ ਜੜ੍ਹਾਂ ਪੱਟੀਆਂ, ਇਸ ਦੇਸ਼ ਨੂੰ ਇੱਕ ਨਵੀਂ ਸਵੇਰ ਸਾਹ ਲੈਣ ਦਾ ਮੌਕਾ ਦਿੱਤਾ। ਜੇ ਇਹ ਕਸੂਰ ਹੈ ਤਾਂ ਫਿਰ ਮੈਂ ਸਮਝਦਾ ਅਸੀਂ ਬਹੁਤ ਵੱਡੇ ਕਸੂਰਵਾਰ ਹਾਂ। ਲੇਕਿਨ ਇੱਕ ਬਾਣੀ ਦੀ ਤੁਕ ਹੈ, ਅਕਿਰਤ ਕੰਨ ਮੰਦੀ ਹੋ ਮੰਦਾ, ਅਕਿਰਤ ਕੰਨ ਕਹਿੰਦੇ ਅਹਿਸਾਨ ਫਰਾਮੋਸ਼ ਨੂੰ। ਔਰ ਜਿਹਨੇ ਇੱਕ ਪਾਣੀ ਦਾ ਘੁੱਟ ਵੀ ਪਿਆਸੇ ਨੂੰ ਪਿਆਇਆ ਹੋਵੇ ਉਹ ਵੀ ਨਹੀਂ ਭੁੱਲਦਾ। ਅਸੀਂ ਤਾਂ ਆਪਦੀਆਂ ਖੂਨ ਦੀਆਂ ਬਾਲਟੀਆਂ ਭਰ ਖੂਹ ਭਰ ਤੁਹਾਨੂੰ ਪਿਆਸ ਤੁਹਾਡੀ ਮਿਟਾਈ ਹੈ, ਤੇ ਉਹਦੇ ਬਦਲੇ ਸਾਨੂੰ ਤੁਸੀਂ ਆਹ ਨਾਮ ਦਿੰਦੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਸੋ ਯੋਗਰਾਜ ਹੋਣਾ ਨੇ ਇੱਕ ਬਹੁਤ ਖਤਰੇ ਦੀ ਘੰਟੀ ਵਜਾਈ ਹੈ। ਉਹਨਾਂ ਦਾ ਕਹਿਣਾ ਵੀ ਜੋ ਮਾਹੌਲ ਬਣ ਰਿਹਾ ਦੇਸ਼ ਵਿੱਚ, ਸਿਵਲ ਵਾਰ ਲੱਗਣ ਵਰਗੀ ਹਾਲਾਤ ਪੈਦਾ ਹੋ ਗਏ ਨੇ, ਤੇ ਜੇ ਭਾਰਤ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤੇ ਸਾਰੇ ਦੇਸ਼ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।